अस्सलामुअलैकुम। उम्मीद करनी है तुसी सारे खैरियत नाल होवोगे। बगदाद ਦੇ ਪੀਰ ਬਗਲੋਲ, ਜਿਨ੍ਹਾਂ ਨੂੰ ਪੀਰ ਦਸਤਗੀਰ ਦਾ ਨਾਮ ਵੀ ਦਿੱਤਾ ਗਿਆ ਸੀਗਾ, ਉਹਨਾਂ ਨੇ ਗੁਰੂ ਨਾਨਕ ਕੋਲੋਂ 3 ਇਹੋ ਜਿਹੇ ਸਵਾਲ ਪੁੱਛੇ ਜਿਹੜੇ ਸੁਣ ਕੇ ਆਮ ਮਨੁੱਖ ਹੈਰਾਨ ਰਹਿ ਜਾਏ ਤੇ ਜਵਾਬ ਦੇਣੇ ਤੋਂ ਕਾਸਰ ਹੋ ਜਾਏ। ਪਰ ਗੁਰੂ ਨਾਨਕ ਨੇ ਏਡੇ ਵਧੀਆ ਉਹਨਾਂ ਦੇ ਜਵਾਬ ਦਿੱਤੇ ਕਿ ਪੀਰ ਬਗਲੋਲ ਜਿਹੜਾ ਸੀਗਾ ਉਹ ਲਾਜਵਾਬ ਹੋ ਗਿਆ। ਕਿਹੜੇ ਉਹ ਸਵਾਲ ਸੀਗੇ ਤੇ ਉਹਨਾਂ ਦੇ ਕਿੱਡੇ ਵਧੀਆ ਜਵਾਬ ਸੀਗੇ, ਇਹ ਅਸੀਂ ਅੱਜ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਕੋਲੋਂ ਉਹਨਾਂ ਦੀ ਕਥਾ ਵਿੱਚ ਜਾਣਾਂਗੇ। ਬਹੁਤ ਵਧੀਆ ਕਥਾ ਹੈਗੀ, ਅਸੀਂ ਚੱਲ ਕੇ ਕਥਾ ਸੁਣਨੇ ਆ, ਫਿਰ ਕਰਨੇ ਆ ਉਸ ਤੇ ਵਿਚਾਰ। ਗੋ। ਦੁਨੀਆ 'ਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਹੈ? ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ। ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾਂ ਕ੍ਰਿਤ ਨਹੀਂ, ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ। ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਹੈ। ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸੇ ਆਦਿ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ। ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ, ਜਿਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ ਹੈ, हजारों साल फिलॉसफी की तना तनी रही, पर खुदा की बात जहां पे थी वहीं पे रही। साहिब श्री गुरु नानक देव जी महाराज अजीम चिंतक ने, विचारक ने, दार्शनिक ने, और इस सवाल नूं आप इस ढंग नाल हल करदे ने, आप ही ने आप साजियो, आप ही ने रचियो नाम। उन्हें अपनी साजना आप की थी, उन्हें अपनी बनतर आप बनाई है। तू सूक्ष्म होवा अस्थूली, उक सूक्ष्म तो आप अस्थूल होया है। किवें होया है, किस तरह होया है? इसनूं अत कथन कह दिता है, अति प्रश्न कह दिता है। ये प्रश्न कोई प्रश्न नहीं कि वो किवें फैलिया है, किवें पसरिया है, ये अति प्रश्न है। इतना जरूर है कि उन्हें अपनी साजना आप कीती है। जिंदगी दे बहुत पहलुआं दे च मनुख कई दफा अति प्रश्न करता है, तो जो अति प्रश्न है वास्तविक उसका कोई उत्तर नहीं। साहिब श्री गुरु नानक देव जी महाराज ਇਹਦੇ ਚ ਫਰਮਾਨ ਕਰਦੇ ਨੇ, ਉਹਨੇ ਆਪਣੀ ਸਾਜਨਾ ਆਪ ਕੀਤੀ ਹੈ। ਐਸਾ ਇਤਿਹਾਸ ਦੇ ਚ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭਰਮਣ ਕਰਨ ਤੇ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ 9 ਖੰਡ ਪ੍ਰਿਥਵੀ ਦਾ ਹੈ। ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ, ਤਾਂ ਉਹਨੂੰ ਸਮੇਟਣ ਦਾ, ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ। ਪਰ ਜਦ ਅਧਿਆਤਮਕ ਦੀ ਦੌਲਤ ਮਿਲਦੀ ਹੈ, ਰੱਬੀ ਦੌਲਤ ਮਿਲਦੀ ਹੈ, ਰੂਹਾਨੀ ਦੌਲਤ ਮਿਲਦੀ ਹੈ, ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਹੁੰਦਾ ਹੈ ਕਿ ਉਹਨੂੰ ਮੈਂ ਵੰਡਣਾ ਹੈ, ਉਹਨੂੰ ਮੈਂ ਤਕਸੀਮ ਕਰਨਾ ਹੈ। ਦੁਨਿਆਵੀ ਦੌਲਤ ਜੇ ਬਹੁਤੀ ਵੰਡੀਏ ਖਤਮ ਹੁੰਦੀ ਹੈ, ਘਟਦੀ ਹੈ। ਅਧਿਆਤਮਕ ਦੌਲਤ जितनी वंदी है उतनी ही वधती है, जितनी तकसीम करिए उतना ही वादा होता है। ये उसे दा ही जिक्र है कि खावो खर्चो रल मिल भाई, तोट ना आवे वध दो धाई। वास्तविक धन ओही धन है जिदे वंडदियां वधे, जो वंडदियां घटदा है वो धन नहीं। इस वास्ते नाम नूं भगत जना ने परम धन आख्या। नाम दी दौलत नाल जद गुरु नानक दा हिरदा माला माल होया तां आप वंडन लई चल पे। अक्सर धन बहुता जे किसे नूं मिल भी जाए तां वध तो वध अगर वंडेगा भी सही, मजबूर होके तो परिवार दे च ही वंडेगा, पुत्रां च वंड देगा, भरावां दे च वंड जाएगा। इस तो अगे उसदी वंडन दी ना समर्था है, ना उसदे अंदर ऐसा भाव पैदा होवेगा। पर जद कोई रब्बी दौलत नाल माला माल होंदा है,
ਤਾਂ ਸਿਰਫ ਪਰਿਵਾਰ ਦੇ 'ਚ ਨਹੀਂ ਵੰਡਦਾ, ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 9 ਖੰਡ ਪ੍ਰਿਥਵੀ ਦੇ 'ਚ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪਏ। ਇਰਾਕ ਦੇ 'ਚ ਜਦ ਆਪ ਨੇ ਸਤਨਾਮ ਦੀ ਬਾਂਗ ਦਿੱਤੀ, ਬਾਂਗ ਇਸ ਲਈ ਕਹਿ ਰਿਹਾ ਕਿ ਬਾਂਗ ਦੀ ਤਰਜ਼ ਦੇ ਉੱਤੇ ਹੀ ਸਤਨਾਮ ਦਾ ਉਚਾਰਨ ਕੀਤਾ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਦ ਹੋਆ ਜਾਨਾ। ਐਸੀ ਬਾਂਗ, ਐਸੀ ਸਦਾ ਕਿ ਲੋਕਾਂ ਦੇ ਮਨ ਸੁੰਨ ਹੋ ਗਏ। ਜਿੱਥੇ ਵਿਚਾਰ ਸ਼ਾਂਤ ਹੋ ਜਾਣ, ਫੁਰਨੇ ਰੁਕ ਜਾਣ, ਉਸ ਨੂੰ ਕਹਿੰਦੇ ਨੇ ਸੁੰਨ ਅਵਸਥਾ, ਸੁੰਨ ਸਮਾਦ। ਜੈਸੇ ਸਰੀਰ ਦੇ ਸਵਾਸ ਰੁਕ ਜਾਣ ਤੇ ਕਹਿ ਦਿੰਦੇ ਨੇ ਸਰੀਰ ਸੁੰਨ ਹੋ ਗਿਆ। ਮਨ ਦੇ ਵਿੱਚ ਵਿਚਾਰ ਰੁਕ ਜਾਣ ਤਾਂ ਮਨ ਸੁੰਨ ਹੋ ਗਿਆ। ਇੱਕ ਬਾਂਗ ਨਾਲ ਜਿਨ੍ਹਾਂ ਦੇ ਮਨ ਸੁੰਨ ਹੋ ਗਏ, ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁੰਨ ਹੋ ਗਏ, ਉਸ ਆਵਾਜ਼ ਦੇ ਵਿੱਚ ਕਿਤਨੀ ਕਸ਼ਿਸ਼ ਸੀ, ਉਸ ਆਵਾਜ਼ ਦੇ ਵਿੱਚ ਕਿਤਨਾ ਜਾਦੂ ਸੀ, ਉਸ ਆਵਾਜ਼ ਦੇ ਵਿੱਚ ਕਿਤਨਾ ਰੂਹਾਨੀ ਗਿਆਨ ਸੀ ਤੇ ਕਿਤਨਾ ਰੂਹਾਨੀ ਆਨੰਦ ਸੀ। ਭਾਈ ਸਾਹਿਬ ਕਹਿੰਦੇ ਨੇ ਸੁਨ ਮੁਨ ਨਗਰੀ ਹੋ ਗਈ, ਸਾਰੇ ਆਪਣੇ ਆਪ ਦੇ ਲੀਨ ਹੋ ਗਏ। ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ। ਔਰ ਕਹਿੰਦੇ ਨੇ ਇਹ ਸਦਾ ਵੀ ਨਿਕਲਦੀ ਹੈ ਸੁਨ ਹਿਰਦਿਆਂ ਚੋਂ, ਸੁਨ ਮਨ ਦੇ ਚੋਂ। ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ, ਉਹਦੇ ਚ ਬਰਕਤ ਆਉਂਦੀ ਹੈ, ਉਹਦੇ ਚ ਤਾਕਤ ਆਉਂਦੀ ਹੈ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ, ਦੂਜਿਆਂ ਦੇ ਮਨ ਨੂੰ ਵੀ ਉਹ ਸੁੰਨ ਕਰ ਦੇਵੇ। ਉੱਥੇ ਜ਼ਹਿਰ ਵੀ ਹੁੰਦੀ ਹੈ। ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਹੀ ਰਹਿੰਦੇ ਨੇ। ਸ਼ਰਈ ਮਨੁੱਖ ਤੇ ਸ਼ਰਾ ਦੀ ਕੁੜੱਤਣ ਨਾਲ ਭਰੇ ਹੋਏ ਜਿਹੜੇ ਲੋਕ ਨਾ ਸਨ, ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮਾ ਹੋਏ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ, ਜੋ ਇਰਾਕ ਦੇ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਦੇ ਵਿੱਚ ਦੀਨੀ ਤਾਲੀਮ ਦੀਨਦਾਰ ਲੋਕਾਂ ਨੂੰ ਦਿੰਦਾ ਰਹਿੰਦਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ, ਆਲੇ ਦੁਆਲੇ ਮਜਮਾ ਲੋਕਾਂ ਦਾ। ਪੀਰ ਦਸਤਗੀਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ। ਆਖਿਆ, ਐ ਹਿੰਦੀ ਫਕੀਰ, ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ, ਜਦੋਂ ਦੀ ਮੈਂ ਇਬਾਦਤ ਕਰ ਰਿਹਾ, 3 ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੋਂ ਪਹਿਲੇ ਕੀ ਸੀ? ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਹੈ? ਦੂਸਰਾ ਸਵਾਲ ਹੈ ਖੁਦਾ ਰਹਿੰਦਾ ਕਿੱਥੇ ਹੈ? ਤੇ ਤੀਸਰਾ ਸਵਾਲ ਹੈ ਖੁਦਾ ਕਰਦਾ ਕੀ ਹੈ? ਸਵਾਲ ਇੱਕ ਬੋਝ ਹੁੰਦਾ ਹੈ, ਪ੍ਰਸ਼ਨ ਇੱਕ ਭਾਰ ਹੈ। ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝਲ ਹੋਵੇਗਾ। ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਵਿੱਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ ਤਾਂ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁੱਕੀ ਫਿਰਦਾ ਹੈ। ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ। ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਯੂਸੀ ਤੇ ਮੁਰਦਮੀ ਛਾ ਜਾਂਦੀ ਹੈ। ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ, ਪ੍ਰਸ਼ਨਾਂ ਦਾ ਬੋਝ ਉਤਰਾਂ ਦੇ ਨਾਲ ਹੀ ਉਤਰਦਾ ਹੈ। ਹਰ ਨਵਾਂ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਤੇ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ। ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ ਤੇ ਹੁੰਦਾ ਕੀ ਹੈ, ਸਹਿਜੇ ਸਹਿਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਹੀ ਦਬ ਕੇ ਰਹਿ ਜਾਂਦਾ ਹੈ। ਜ਼ਿੰਦਗੀ ਕੀ ਹੈ? ਜ਼ਿੰਦਗੀ ਕਿਉਂ ਹੈ? ਜ਼ਿੰਦਗੀ ਕਿੱਥੋਂ ਹੈ? ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ, ਇਹਨਾਂ ਦੇ ਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ, ਮਨੁੱਖ ਦਾ ਇਹ ਜੀਵਨ। ਪੀਰ ਦਸਤਗੀਰ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਕਿ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ, ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਹੈ। ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ, ਅੱਜ ਮੈਂ ਬੜਾ ਬੋਝਲ ਬੈਠਾ, ਅੱਜ ਮੈਂ ਬੜਾ ਭਾਰੂ ਬੈਠਾ। ਭਾਰ ਕੀ ਹੈ? ਇੱਕ ਵਿਚਾਰ ਦਾ। ਭਾਰ ਕੀ ਹੈ?
ਇੱਕ ਸਵਾਲ ਦਾ। ਭਾਰ ਕੀ ਹੈ? ਇੱਕ ਪ੍ਰਸ਼ਨ ਹੈ। ਵਿਆਪਾਰਿਕ ਦੁਨੀਆ ਦੇ ਆਪਣੇ ਪ੍ਰਸ਼ਨ, ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ, ਸਮਾਜਿਕ ਦੁਨੀਆ ਦੇ ਆਪਣੇ ਸਵਾਲ ਤੇ ਧਾਰਮਿਕ ਦੁਨੀਆ ਦੀ ਆਪਣੀ ਜੋ ਹੈ ਸਮੱਸਿਆ। ਪੀਰ ਦਸਤਗੀਰ ਨੇ ਕਿਹਾ ਕਿ ਇਹ ਪ੍ਰਸ਼ਨ ਜੋ ਮੈਨੂੰ ਬਾਰ-ਬਾਰ ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲੇ ਕੀ ਸੀ ਔਰ ਖੁਦਾ ਨੂੰ ਕਿਸ ਨੇ ਬਣਾਇਆ। ਜੇ ਸਭ ਕੁਝ ਖੁਦਾ ਨੇ ਬਣਾਇਆ ਹੈ ਤੇ ਜੇ ਇਸ ਤਰਕ ਨੂੰ ਪ੍ਰਬਲ ਮੰਨ ਲਈਏ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ। ਦੂਸਰਾ, ਆਇਆ ਖੁਦਾ ਰਹਿੰਦਾ ਕਿੱਥੇ ਹੈ? ਇਹ ਪ੍ਰਸ਼ਨ ਵੀ ਕਿਉਂ ਉੱਠਦਾ ਹੈ ਕਿ ਦੁਨੀਆ ਭਰ ਦੀ ਮੁਖਤਲਿਫ ਧਾਰਮਿਕ ਕਿਤਾਬਾਂ ਦੇ ਵਿੱਚ ਤੇ ਧਾਰਮਿਕ ਲੋਕਾਂ ਦੀ ਜ਼ਬਾਨਾਂ ਤੋਂ ਨਿਕਲੇ ਹੋਏ ਬੋਲਾਂ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਖੁਦਾ ਪਤਾਲ ਦੇ ਵਿੱਚ ਹੈ, ਸਤਵੇਂ ਆਸਮਾਨ ਦੇ ਵਿੱਚ ਹੈ, ਬੈਕੁੰਠ ਦੇ ਵਿੱਚ ਹੈ, ਜੰਨਤ ਦੇ ਵਿੱਚ ਹੈ, ਕੈਲਾਸ਼ ਪਰਬਤ ਦੇ ਵਿੱਚ ਹੈ। ਗਰਜ਼ ਕੇ ਇਸ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਸਵਾਲ ਨੇ। ਉਹਨਾਂ ਦਾ ਇਹ ਜਵਾਬ ਹੈ ਕਿ ਲੱਭੋ ਅਗਰ ਖੁਦਾ ਨੂੰ ਤਾਂ ਸਤਵੇਂ ਅਸਮਾਨ ਤੇ ਲੱਭੋ। ਮੈਂ ਥੋੜੇ ਦਿਨ ਹੋਏ ਇੱਕ ਲਤੀਫਾ ਪੜ੍ਹ ਰਿਹਾ ਸੀ। ਖੁਦਾ ਬਹੁਤ ਚਿੰਤਾ 'ਚ, ਖੁਦਾ ਚਿੰਤਾ 'ਚ, ਰੱਬ ਚਿੰਤਾ 'ਚ। ਐਸਾ ਹੀ ਇੱਕ ਵਿਚਾਰਕ ਨੇ ਖੁਦਾ ਦੇ ਬਾਰੇ ਲਿਖਿਆ। ਦੇਵਤੇ ਫਰਿਸ਼ਤਿਆਂ ਦਾ ਇਕੱਠ ਪਰਮਾਤਮਾ ਦੇ ਆਲੇ ਦੁਆਲੇ ਹੋਇਆ, ਖੁਦਾ ਦੇ ਆਲੇ ਦੁਆਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ, ਭਗਵਾਨ ਚਿੰਤਾ ਕਿਹੜੀ ਗੱਲ ਦੀ? ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪਹੁੰਚ ਬਹੁਤ ਵੱਧ ਗਈ ਹੈ ਤੇ ਮੈਂ ਸੋਚਦਾ ਮੈਂ ਕਿੱਥੇ ਰਵਾਂ, ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ, ਮਨੁੱਖ ਦੀ ਪਹੁੰਚ ਨੇ ਹਰ ਥਾਂ ਨੂੰ ਨਰਕ ਬਣਾਉਣਾ ਹੈ। ਕਿਉਂਕਿ ਅੱਜ ਤੱਕ ਜਿੱਥੇ ਜਿੱਥੇ ਮਨੁੱਖ ਪਹੁੰਚਿਆ ਹੈ ਉਹਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ ਜਿੱਥੇ ਮਨੁੱਖ ਮੌਜੂਦ ਹੈ ਉੱਥੇ ਉੱਥੇ ਨਰਕ ਹੀ ਹੈ। ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਹੈ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ, ਕਿਸੇ ਉੱਚੀ ਥਾਂ ਤੇ ਹੋਵੇਗਾ। ਕਮ ਸੇ ਕਮ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੈ, ਚਾਹੇ ਉਹ ਮਨੁੱਖ ਪਹਾੜ ਤੇ ਹੈ ਤੇ ਚਾਹੇ ਉਹ ਮਨੁੱਖ ਜ਼ਮੀਨ ਤੇ ਹੈ, ਚਾਹੇ ਉਹ ਮਨੁੱਖ ਕਿਸੇ ਥਾਂ ਤੇ ਵੀ ਰਹਿ ਰਿਹਾ ਹੈ। ਉਸਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਹੈ ਔਰ ਉਸਨੇ ਨਰਕ ਮੰਨ ਵੀ ਲਿਆ ਹੈ। ਇਸ ਵਾਸਤੇ ਸਵਰਗ ਦੀ ਕਲਪਨਾ ਉਹ ਕਿਧਰੇ ਸਤਵੇਂ ਆਸਮਾਨ ਤੇ ਕਰ ਬੈਠਦਾ ਹੈ ਜਾਂ ਸਤਵੇਂ ਪਤਾਲ ਵਿੱਚ ਕਰ ਬੈਠਦਾ ਹੈ ਜਾਂ ਕੈਲਾਸ਼ ਪਰਬਤ ਤੇ ਕਰ ਬੈਠਦਾ ਹੈ ਜਾਂ ਕਿਸੇ ਹੋਰ ਗੈਬੀ ਥਾਂ ਤੇ। ਤੋ ਪ੍ਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇ ਅੱਗੋਂ, ਮੈਂ ਕਿੱਥੇ ਵਸਾਂ, ਕਿਸ ਥਾਂ ਤੇ ਵਸਾਂ ਜਿੱਥੇ ਮਨੁੱਖ ਨਾ ਪਹੁੰਚੇ। ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰਿਥਵੀ ਦੇ ਵਿੱਚ ਜਿਸ ਥਾਂ ਤੇ ਮਨੁੱਖ ਹੈ ਉੱਥੇ ਮਨੁੱਖਾਂ ਦਾ ਜੀਵਣਾ ਤੇ ਹਰਾਮ ਹੋ ਗਿਆ ਹੈ, ਪਸ਼ੂਆਂ ਦਾ ਜੀਵਣਾ ਵੀ ਹਰਾਮ ਹੋ ਗਿਆ ਹੈ। ਪਸ਼ੂ ਵੀ ਬੇਜ਼ਾਰ ਨੇ, ਪਸ਼ੂ ਵੀ ਦੁਖੀ ਨੇ ਔਰ ਪਸ਼ੂ ਵੀ ਦੁਖੀ ਨੇ ਪਸ਼ੂਆਂ ਕਰਕੇ ਨਹੀਂ, ਪਸ਼ੂ ਦੁਖੀ ਨੇ ਮਨੁੱਖਾਂ ਕਰਕੇ, ਮਨੁੱਖ ਦੁਖੀ ਨੇ ਮਨੁੱਖਾਂ ਕਰਕੇ। ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ ਇਹ ਕੇਵਲ ਮਨੁੱਖ ਕਰਕੇ ਹੈ। ਤੋ ਮੈਂ ਐਸੀ ਥਾਂ ਤੇ ਵਸਣਾ ਚਾਹੁੰਦਾ ਜਿੱਥੇ ਮਨੁੱਖ ਨਾ ਪਹੁੰਚੇ। ਫਰਿਸ਼ਤਿਆਂ ਨੇ ਕਿਹਾ, ਖੁਦਾਵੰਦ ਤਾਲਾ ਤੂੰ ਸਾਗਰ ਦੇ ਜਾ ਵਸ, ਤੱਕ ਉਹਦੀ ਗਹਿਰਾਈ ਤੱਕ ਮਨੁੱਖ ਦੀ ਪਹੁੰਚ ਹੋ ਜਾਏਗੀ। ਤੂੰ ਚੰਦਰਮਾ ਤੇ ਜਾ ਵਸ, ਨਹੀਂ ਉੱਥੇ ਤੱਕ ਵੀ ਮਨੁੱਖ ਪਹੁੰਚ ਜਾਏਗਾ। ਤੂੰ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ, ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਨੇ, ਉੱਥੇ ਵੀ ਮਨੁੱਖ ਨੇ ਜਾ ਕੇ ਪਹੁੰਚ ਜਾਣਾ ਹੈ। ਫਿਰ ਕਿਹੜੀ ਥਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ? ਤਾਂ ਖੁਦਾ ਨੇ ਕਿਹਾ, ਮੈਨੂੰ ਢੰਗ ਲੱਭ ਪਿਆ, ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ, ਉਹ ਬਾਹਰ ਹੀ ਲੱਭਦਾ ਰਹੇਗਾ, ਮੇਰੇ ਤੱਕ ਪਹੁੰਚੇਗਾ ਹੀ ਨਹੀਂ, ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਏਗੀ। ਲੱਭਦਾ ਹੀ ਪਿਆ। ਹੁਣ ਆਦਿ ਕਾਲ ਤੋਂ ਮਨੁੱਖ ਕੋਈ ਸਤਵੇਂ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਪਾਤਾਲ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਕੈਲਾਸ਼ ਪਰਬਤ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਸਾਗਰ ਦੇ ਗਹਿਰੇ ਤਲ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਦਰਿਆਵਾਂ ਦੇ ਵਹਿਣ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਕੋਈ ਪਵਨ ਦੀ ਛਾਂ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ। ਜਦ ਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ, ਬਾਹਰ ਕਿਉਂ ਭਟਕਦਾ ਹੈ? ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਫੈਸਲਾ ਹੈ, ਬਾਹਰ ਟੋਲੇ ਸੋ ਭਰਮ ਬੁਲਾਣੀ। ਆਪਣੇ ਤੋਂ ਬਾਹਰ ਜਿਹੜਾ ਲੱਭਣਾ ਹੈ ਉਹ ਪਦਾਰਥ ਹੀ ਹੈ, ਉਹ ਪ੍ਰਮਾਤਮਾ ਨਹੀਂ ਹੈ।
ਉਹ ਵਸਤੂ ਹੋਵੇਗੀ, ਉਹ ਵਾਸਦੇਵ ਨਹੀਂ ਹੈ। ਉਹ ਸੰਸਾਰ ਹੋਵੇਗਾ, ਉਹ ਨਿਰੰਕਾਰ ਨਹੀਂ ਹੈ। ਉਹ ਧਨ ਹੋਵੇਗਾ, ਉਹ ਪਰਮ ਧਨ ਨਹੀਂ ਹੈ। ਉਹ ਪਦ ਪ੍ਰਤਿਸ਼ਠਾ ਹੋਵੇਗੀ, ਉਹ ਪਰਮ ਪਦ ਨਹੀਂ ਹੈ। ਸੋ ਐਸਾ ਪ੍ਰਸ਼ਨ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ, ਖੁਦਾ ਨੂੰ ਕਿਸ ਨੇ ਬਣਾਇਆ ਹੈ? ਖੁਦਾ ਤੋਂ ਪਹਿਲੇ ਕੀ ਸੀ? ਖੁਦਾ ਰਹਿੰਦਾ ਕਿੱਥੇ ਹੈ? ਔਰ ਖੁਦਾ ਕਰਦਾ ਕੀ ਹੈ? ਪ੍ਰਸ਼ਨ ਅਜ਼ੀਮ ਨੇ, ਖੁਦਾ ਦੇ ਸੰਬੰਧ ਵਿੱਚ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ, ਬਈ ਮੈਂ ਸੁਣਿਆ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਨੇ, ਸੋਨੇ ਦੀਆਂ ਮੋਹਰਾਂ ਨਿਛਾਵਰ ਕਰਦੇ ਨੇ, ਤੇ ਮੈਂ ਦੇਖਣਾ ਚਾਹੁੰਦਾ ਉਹਨਾਂ ਮੋਤੀਆਂ ਨੂੰ। ਲਿਆ ਥੋੜੇ। ਦਸਤਗੀਰ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ, ਮੁਆਵਜ਼ਾ ਪਹਿਲੇ ਹੀ ਇਹ ਹਿੰਦੀ ਫਕੀਰ ਮੰਨਣ ਲੱਗ ਪਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ 'ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ, ਹਿੰਦੀ ਔਲੀਆ ਕਰਕੇ ਕਹਿੰਦੇ ਨੇ। ਔਰ ਉੱਥੇ ਜੋ ਸਾਹਿਬਾਂ ਦਾ ਅਸਥਾਨ ਹੈ, ਉੱਥੇ ਵੀ ਸਾਫ਼ ਲਿਖਿਆ ਹੈ, ਹਿੰਦੀ ਔਲੀਆ ਹਜ਼ਰਤ ਬਾਬਾ ਨਾਨਕ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ 'ਚ ਮੋਤੀ ਮੰਗਾਏ, ਅੱਗੇ ਕੀਤੇ, ਤੇ ਸਤਿਗੁਰੂ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੋ। ਦਸਤਗੀਰ ਹੈਰਾਨ ਹੋਇਆ, ਲੇਕਿਨ ਗਿਣਤੀ ਉਸਨੇ ਆਰੰਭ ਕੀਤੀ। 1 2 3 4 ਤੇ ਜੈਸੇ ਪਹੁੰਚਿਆ, ਸਤਿਗੁਰ ਨੇ ਬਾਂਹ ਪਕੜ ਲਈ। ਆਖਿਆ, ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ, ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈ, ਤੈਨੂੰ ਗਿਣਤੀ ਨਹੀਂ ਆਉਂਦੀ। ਦਸਤਗੀਰ ਕਹਿੰਦਾ, ਮਹਾਰਾਜ ਗਿਣੇ ਤੇ ਮੈਂ 4 ਹੀ ਨੇ। ਸਤਿਗੁਰ ਕਹਿਣ ਲੱਗੇ, ਹਾਂ ਇਹਨਾਂ 4 'ਚ ਹੀ ਤੂੰ ਭੁੱਲ ਕਰ ਗਿਆ, ਫਿਰ ਗਿਣਤੀ ਕਰ। ਉਹਨੇ ਫਿਰ ਗਿਣਤੀ ਆਰੰਭ ਕੀਤੀ, 1 2 3 4। ਸਤਿਗੁਰ ਨੇ ਫਿਰ ਬਾਂਹ ਪਕੜ ਲਈ, ਗਿਣਤੀ ਫਿਰ ਗਲਤ ਹੋ ਗਈ। ਫਿਰ ਤੂੰ ਭੁੱਲ ਗਿਆ, ਫਿਰ ਆਰੰਭ ਕਰ। ਅਦਕੀ ਔਖਾ ਹੋ ਕੇ ਦਸਤਗੀਰ ਕਹਿੰਦਾ ਹੈ, ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਹੀ ਤੁਸੀਂ ਮੇਰੀ ਬਾਂਹ ਪਕੜਨਾ। ਮੈਂ ਕਿਹੜੀ ਥਾਂ ਤੇ ਭੁੱਲਦਾ, ਉਸ ਥਾਂ ਦਾ ਮੈਨੂੰ ਪਤਾ ਚਲੇ। ਸਤਿਗੁਰੂ ਕਹਿਣ ਲੱਗੇ, ਠੀਕ। ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ 1, ਇੱਥੇ ਹੀ ਸਤਿਗੁਰ ਨੇ ਪਕੜਿਆ। ਆਖਿਆ, ਨਹੀਂ, ਗਿਣਤੀ 1 ਤੋਂ ਪਹਿਲੇ ਆਰੰਭ ਕਰ। 1 ਤੋਂ ਕਿਉਂ ਆਰੰਭ ਕਰਦਾ ਹੈ? ਗਿਣਤੀ 1 ਤੋਂ ਪਹਿਲੇ ਸ਼ੁਰੂ ਕਰ। 1 ਤੋਂ ਕਿਉਂ ਸ਼ੁਰੂ ਕਰਦਾ ਹੈ? ਤੂੰ ਦਸਤਗੀਰ ਕਹਿਣ ਲੱਗਾ, ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ, ਐਸੇ ਕਿਸ ਤਰ੍ਹਾਂ ਹੋ ਸਕਦਾ ਹੈ? 1 ਤੋਂ ਪਹਿਲੇ ਤੇ ਕੁਝ ਵੀ ਨਹੀਂ ਹੈ, ਗਿਣਤੀ ਤੇ 1 ਤੋਂ ਹੀ ਆਰੰਭ ਕਰਨੀ ਪਏਗੀ। तो गुरु नानक देव जी महाराज कहने लगे, खुदा तो पहले कुछ भी नहीं, सारे पसारे दी होंद खुदा तो ही शुरू होंदी है। खुदा मूल है, एका मूल है। इस वास्ते गुरु नानक दा कलाम एक तो शुरू होंदा है। गुरु ग्रंथ साहब जी महाराज दा पहला अक्षर एक है, ते गुरु ग्रंथ साहब जी महाराज दी सारी बाणी उस एक दी परिक्रमा कर दी है जो गुरु ग्रंथ साहब जी महाराज दे मूल दे है। गुरु ग्रंथ साहब दी बाणी एक ओंकार एक तो शुरू होंदी है, एक तो आरंभ होंदी है। ये एक जगत दा मूल है, ये एक जगत दी बुनियाद है। दस्तगीर नूं तसल्ली हुई, मन नूं ढारस मिली, किसी अनुभवी पुरुष और रंगी हुई आत्मा तो सवालों का जवाब मिलिया ते सवालों का बोझ हिरदे तो उतरिया। दूजा सवाल अगों रख दिता, महाराज ऐसा जिहड़ा खुदा है जो जगत दा मूल है, संसार दा मूल है, रहिंदा किथे, किथे तलाश करिए? क्योंकि इस्लामी जगत दे च आम कल्पना है कि वह 7वें आसमान ते है और साडे देश दे च भी मुख्तलिफ इस संबंध च रावां ने। सतगुरु कहन लगे, अदकी तू दुध दा भरिया होया एक जाम मंगा, तो कटोरा दुध दा भरिया होया आ गया। सतगुरु गौर नाल वेखदे ने ते कहंदे ने, फकीर साईं इस दे च कुछ है। घबरा गए दस्तगीर, ऐसा तो नहीं मेरे खलीफियां ने मेरे चेलियां ने कुछ विचे पा दिता होवे। गौर दे नाल जद वेखदे ने दस्तगीर ते कहंदे ने, ऐ हिंदी फकीर बाबा नानक
ਇਹਦੇ 'ਚ ਕੁਛ ਵੀ ਨਹੀਂ, ਇਹ ਪਾਕ ਸ਼ੀਰ ਹੈ, ਇਹ ਪਵਿੱਤਰ ਦੁੱਧ ਹੈ। ਸਤਿਗੁਰੂ ਕਹਿੰਦੇ ਨੇ ਇਸ ਦੇ ਪਾਕ ਹੋਣ ਤੇ, ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ, ਪਰ ਇਸ ਦੇ 'ਚ ਕੁਛ ਨਹੀਂ ਹੈ, ਇਹ ਮੈਂ ਮੰਨਣ ਨੂੰ ਤਿਆਰ ਨਹੀਂ। ਇਹਦੇ 'ਚ ਕੁਛ ਹੈ। ਤੋ ਦਸਤਗੀਰ ਕਹਿੰਦਾ ਕੀ ਹੈ? ਸਤਿਗੁਰੂ ਕਹਿੰਦੇ ਨੇ ਘਿਓ ਹੈ। ਤੇ ਹੁਣ ਤੂੰ ਦੱਸ ਕਿੱਥੇ ਹੈ ਕਿ ਨਹੀਂ? ਦਸਤਗੀਰ ਕਹਿੰਦਾ ਘਿਓ ਤੇ ਹੈ। ਤੇ ਮਹਾਰਾਜ ਕਹਿੰਦੇ ਨੇ ਫਿਰ ਕਿੱਥੇ ਹੈ ਦੱਸ? ਮਹਾਰਾਜ ਹੈ ਤੇ ਸਹੀ, ਪਰ ਦਿਖਾਈ ਨਹੀਂ ਦਿੰਦਾ। ਹੈ ਤੇ ਸਹੀ, ਪਰ ਦ੍ਰਿਸ਼ਟੀ ਗੋਚਰ ਨਹੀਂ ਆਉਂਦਾ। सगल बनस्पत में बैसंतर, सगल दूध में घिया, ऊच नीच में जोत समानी, घट घट माधो जिया। जिवें दुध दे जर्रे जर्रे दे कण कण दे घ्यो है, जगत दे जर्रे जर्रे दे वो प्रभु आप है, वो करता पुरख आप है। जितनी उसदी बनतर है, जितनी उसदी कृत है, वो सारी कृत दे आप बैठा होया। फिर दस्तगीर ने प्रश्न किया, महाराज ऐसा जिहड़ा परमात्मा इतना शक्तिशाली, वो करदा की है? उहदा धंधा की है? उहदा कम की है? आखिर शक्ति दा वेग, शक्ति दा कम है कुछ करना, उहदा धंधा की है? आखिर उसकी कोई कृत भी होवेगी, आखिर उसका कोई धंधा भी होवेगा। बगदाद दे सूफी बुजुर्ग पीर बगलोल जिहड़े कि पीर दस्तगीर दे नाम तो भी मशहूर सीगे, उन्होंने गुरु नानक कोलों 3 सवाल पूछे जो उन्होंने दे दरबार दे विच हाज़र होए कि खुदा तो पहले की सी, खुदा कित्थे रहिंदा है, खुदा वेला ही है या कोई कामकार भी करदा है? ते बाबा गुरु नानक दे जवाब जिहड़े है वो ऐसे सीगे कि वो जिहड़ा पीर बगलोल सीगा वो लाजवाब हो गया। ना सिर्फ लाजवाब होया बल्कि जिस तरह ਗਿਆਨੀ ਸੰਤ ਸਿੰਘ ਮਸਕੀਨ जी दसदे है कि उत्थे बाद जो सिखां दी एक संगत गई ते उन्होंने उत्थे गुरुद्वारा बनाउण वास्ते जिहड़ा उत्थों दा सीगा हुक्मरान सीगा उनको जाके कहा कि सानू मसला हुंदा, एक थड़ा सिर्फ हैगा वै, गर्मी की शिद्दत भी हुंदी है, सर्दी की शिद्दत भी हुंदी है, फिर मींह नेरी दे विच भी मसला हुंदा है सानू अपने इबादत करने दे विच, ते तुसी सानू गुरुद्वारे वास्ते जगह जिहड़ी है उहदी मंजूरी दे देवो। जिस तो बाद उत्थे गुरुद्वारा बनिया। उस तख्ती दे उत्ते बड़ी वधिया इबारत लिखी सीगी जिहड़ी अज भी उत्थे तख्ती कायम हैगी है, जिहड़ी पीर बगलोल ने अपने हत्थां नाल लाई सीगी। ਗਿਆਨੀ संत सिंह मस्कीन जी दसदे आ कि मैं पहले जो पहली दफ़ा गया सी उदों सिर्फ थड़ा सीगा, पर हुण उत्थे बकायदा एक गुरुद्वारा बनिया होया है। बगदाद दे विच सिख अज भी मौजूद हैगे ने, उत्थे उन्हां दा गुरुद्वारा हैगा वै, वो अपने तौर नाल अपनियां इबादतां जिहड़ियां वै वो करदे हैगे आ, अपने त्यौहार मनाउंदे हैगे, उन्हां नूं किसी किस्म दी कोई रोक टोक नहीं हैगी। वड्डे पैमाने ते उत्थे कारोबार भी करदे हैगे। अपनी एक उन्हां ने एक उत्थे सुसाइटी बनाई है, उन्हां दी कलोनी है जिथे सारे सिख जिहड़े आ मिल जुल के रहिंदे हैगे, और मुसलमानां दे नाल उन्हां दा बरताव जिहड़ा वै बहुत वधिया हैगा वै। इस वीडियो नूं देख के तुहानूं बाबा गुरु नानक दी बुद्धि दे बारे पता चल गया होना कि किन्ना उन्हां दे कोल ज्ञान सीगा और किस तरह वो गल समझा दिंदे सीगे। आम जिंदगी दियां मिसालां जिहड़ियां कि असीं कदी सोचियां भी नहीं हुंदियां कि अगर असीं इन्हां ते गौर करिए तो सानूं अपने सवालों के जवाब जिहड़े आ इन्हां दे विच्चों ही लभ सकदे हैगे, और साडे मन नूं शांति मिल सकदी है। जिहड़े ऐसे सवाल जिहड़े कि असीं भटकदे रहीदा उन्हां दे जवाब वास्ते, और ज़हनी तौर पर भी डिस्टर्ब रहीदा है कि कदों वो सवाल मिलन तो सानूं सुकून आवे, क्योंकि इंसानी फितरत है। अगर उन्होंने उहदे सवालों का जवाब ना मिले तो वह एक अजीब जी कैफियत च मुबतला रहिंदा, परेशानी का शिकार रहिंदा। पर जो उन्होंने सवालों का जवाब मिल जाते हैं उन्होंने सुकून आ जाता, शांति आ जाती, उन्होंने पता चल जाता है कि मैं इस टाइम कित्थे खड़ा हैगा, मैं सही हाँ या गलत हैगा, मैं या मेरा जिहड़ा चुनाव सीगा वो सही है या गलत हैगा वै। इन्हां चीज़ां दे बारे जिहड़ा जदों उहनूं ज्ञान हो जाता वै तो वह अपने आप शांति उहनूं मिल जाती हैगी है। वीडियो बारे बहुत वधिया वीडियो सीगी वीरो, तुहाडा इस दे बारे की ख्याल हैगा कमेंट करके लाजमी दस्सिओ। रखिए अपना ढेर सारा ख्याल, मिलांगे अगली वीडियो दे नाल। अल्लाह हाफ़िज़।